सो ਹੁਣ ਨੈਕਸਟ ਕੁਐਸਚਨ ਹੈ ਐਕਸਪਲੇਨ ਵੇਰੀਅਸ ਸਟੇजेस ਇਨ ਫਾਰਮੇਸ਼ਨ ਆਫ ਪ੍ਰਾਈਵੇਟ ਲਿਮਿਟਿਡ ਕੰਪਨੀ ਐਕਸਪਲੇਨ ਫੀਚਰਸ। ਹੁਣ ਕਿਹੜੀਆਂ ਸਟੇजेस ਆਉਂਦੀਆਂ ਨੇ ਪ੍ਰਾਈਵੇਟ ਲਿਮਿਟਿਡ ਕੰਪਨੀ ਫਾਰਮ ਕਰਨ ਦੇ ਲਈ ਅਤੇ ਇਹਦੇ ਜਿਹੜੇ ਸੈਲੀਐਂਟ ਫੀਚਰਸ ਨੇ ਉਹ ਆਪਾਂ ਐਕਸਪਲੇਨ ਕਰਨੇ ਹੈ। ਹੁਣ ਗੱਲ ਕਰਦੇ ਹਾਂ ਸਟੇजेस ਆਫ formation of private limited company. So the first point here comes, that is promotion. ਸਭ ਤੋਂ ਪਹਿਲਾਂ ਕੀ ਹੁੰਦਾ ਪ੍ਰਮੋਸ਼ਨ ਹੁੰਦੀ ਹੈ। ਜਿਹੜੀ ਵੀ ਆਪਾਂ ਕੰਪਨੀ ਫਾਰਮ ਕਰਨੀ ਹੁੰਦੀ ਹੈ ਉਹ ਕੀ ਹੁੰਦੀ ਹੈ ਪ੍ਰਮੋਟ ਕੀਤੀ ਜਾਂਦੀ ਹੈ, ਰਾਈਟ। ਸੋ conceiving ideas, preparing projects, identifying promoters, drafting memorandum and article of association। ਇਸ ਦੇ ਵਿੱਚ ਆਈਡੀਆਜ਼ ਨੂੰ ਕਨਸੀਵ ਕੀਤਾ ਜਾਂਦਾ ਹੈ, ਆਪਸ 'ਚ ਡਿਵਾਈਡ ਕੀਤਾ ਜਾਂਦਾ, ਆਈਡੀਆਜ਼ ਨੂੰ ਵੰਡਿਆ ਜਾਂਦਾ, ਐਕਸਚੇਂਜ ਕੀਤਾ ਜਾਂਦਾ ਆਈਡੀਆਜ਼ ਨੂੰ। ਪ੍ਰੀਪੇਅਰਿੰਗ ਪ੍ਰੋਜੈਕਟਸ ਪ੍ਰੀਪੇਅਰ ਕੀਤੇ ਜਾਂਦੇ ਹੈ, ਕੀ ਆਪਾਂ ਕਰਨਾ ਹੈ ਸਾਰੀ ਪਲੈਨਿੰਗ ਕੀਤੀ ਜਾਂਦੀ ਹੈ। ਪ੍ਰਮੋਟਰਸ ਨੂੰ ਆਈਡੈਂਟੀਫਾਈ ਕੀਤਾ ਜਾਂਦਾ, ਮੈਮੋਰੈਂਡਮ ਐਂਡ ਆਰਟੀਕਲ ਆਫ ਐਸੋਸੀਏਸ਼ਨ ਪ੍ਰੀਪੇਅਰ ਕੀਤੇ ਜਾਂਦੇ ਹੈ। ਨੈਕਸਟ ਹੈ ਇਨਕੋਰਪੋਰੇਸ਼ਨ ਵਿੱਚ ਕੀ ਹੁੰਦਾ ਫਾਈਲਿੰਗ ਡਾਕੂਮੈਂਟਸ ਵਿਦ ਰਜਿਸਟਰਾਰ। ਡਾਕੂਮੈਂਟਸ ਫਾਈਲ ਕੀਤੇ ਜਾਂਦੇ ਹੈ ਰਜਿਸਟਰਾਰ ਦੇ ਨਾਲ। ਇਸ ਦਾ ਮਤਲਬ ਹੈ ਕਿ ਰਜਿਸਟਰਾਰ ਨੂੰ ਸਾਰੇ ਡਾਕੂਮੈਂਟ ਸਬਮਿਟ ਕੀਤੇ ਜਾਂਦੇ ਹੈ, ਫਿਰ ਉੱਤੋਂ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ ਲਿੱਤਾ ਜਾਂਦਾ ਹੈ। ਫਿਰ ਕੰਪਨੀ ਇੱਕ ਲੀਗਲ ਪਰਸਨ ਬਣ ਜਾਂਦੀ ਕਿਉਂਕਿ ਉਸ 'ਤੇ ਆਪਣਾ ਆਰਟੀਕਲ ਆਫ ਐਸੋਸੀਏਸ਼ਨ ਮੈਮੋਰੈਂਡਮ ਆਫ ਐਸੋਸੀਏਸ਼ਨ ਸਾਰਾ ਪ੍ਰੀਪੇਅਰ ਕਰ ਲਿੱਤਾ ਅਤੇ ਉਸਨੂੰ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ ਮਿਲ ਚੁੱਕਾ ਹੈ। ਹੁਣ ਗੱਲ ਕਰਦੇ ਕੈਪੀਟਲ ਸਬਸਕ੍ਰਿਪਸ਼ਨ ਦੀ। ਜਿਹੜੀ ਪ੍ਰਾਈਵੇਟ ਕੰਪਨੀਜ਼ ਹੈ ਉਹ ਰੇਜ਼ ਕਰਦੀਆਂ ਨੇ ਫੰਡਸ ਨੂੰ ਪ੍ਰਾਈਵੇਟਲੀ, ਕੋਈ ਪਬਲਿਕ ਇਨਵੀਟੇਸ਼ਨ ਨਹੀਂ ਹੁੰਦਾ। ਹੁਣ ਨੈਕਸਟ ਹੈ ਕਮੈਂਸਮੈਂਟ ਆਫ ਬਿਜ਼ਨਸ। ਜਿਹੜੀ ਪ੍ਰਾਈਵੇਟ ਕੰਪਨੀਜ਼ ਆ ਹੁਣ ਆਪਣਾ ਆਪਰੇਸ਼ਨਸ ਨੂੰ ਬਿਗਨ ਕਰ ਸਕਦੀਆਂ ਇਮੀਡੀਏਟਲੀ ਆਫਟਰ ਇਟਸ ਇਨਕੋਰਪੋਰੇਸ਼ਨ। Now we are going to talk about salient features of private limited company. So in it the minimum members are 200 and maximums are 200. The minimum is 2 and the maximum are 200. Partnership ਦੇ ਵਿੱਚ ਕੀ ਸੀਗਾ ਮਿਨੀਮਮ ਸੀਗੇ 2 ਤੇ ਮੈਕਸੀਮਮ ਸੀਗੇ 50। ਹੁਣ ਜਿਹੜੀ ਸਾਡੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ ਇਸ ਦੇ ਵਿੱਚ ਮਿਨੀਮਮ 2 ਨੇ ਅਤੇ ਮੈਕਸੀਮਮ 200 ਨੇ। ਕੋਈ ਰਿਸਟ੍ਰਿਕਸ਼ਨਸ ਬਹੁਤ ਸਾਰੀ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਸ਼ੇਅਰ ਟਰਾਂਸਫਰਸ ਕਰਨ ਦੇ ਵਿੱਚ। ਆਪਾਂ ਇਨਵਾਈਟ ਨਹੀਂ ਕਰ ਸਕਦੇ ਪਬਲਿਕ ਨੂੰ ਸਾਡੇ ਸ਼ੇਅਰ ਸਬਸਕ੍ਰਾਈਬ ਕਰਨ ਦੇ ਲਈ। ਕੈਪੀਟਲ ਲਿਮਿਟਿਡ ਰਹਿੰਦੀ ਹੈ, ਜਿਹੜੀ ਲਾਇਬਿਲਿਟੀ ਹੁੰਦੀ ਹੈ ਉਹਦੀ ਲਿਮਿਟਿਡ ਲਾਇਬਿਲਿਟੀ ਰਹਿੰਦੀ ਹੈ ਸਾਰੇ ਪਾਰਟਨਰ ਜਿਹੜੇ ਓਨਰਸ ਦੀ। ਮੋਰ ਸੀਕਰੇਸੀ ਦੈਨ ਪਬਲਿਕ ਕੰਪਨੀਜ਼ ਦੇ ਕੰਪੈਰੇਟਿਵਲੀ ਜ਼ਿਆਦਾ ਸੀਕਰੇਸੀ ਰਹਿੰਦੀ ਹੈ ਪ੍ਰਾਈਵੇਟ ਓਨਰਸ਼ਿਪ ਦੀ, ਰਾਈਟ। ਮੋਰ ਸੀਕਰੇਸੀ ਦੈਨ ਪਬਲਿਕ ਕੰਪਨੀਜ਼। ਸੈਪਰੇਟ ਲੀਗਲ ਐਂਟਿਟੀ, ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ, ਇਹਦੇ ਓਨਰਸ ਅਲੱਗ ਹੁੰਦੇ ਨੇ ਅਤੇ ਐਪ ਅਲੱਗ ਹੁੰਦੀ ਹੈ। ਪਰਪੈਚੁਅਲ ਸਕਸੈਸ਼ਨ ਰਹਿੰਦਾ, ਓਨਰਸ ਦੇ ਮਰ ਜਾਣ ਤੋਂ ਬਾਅਦ ਵੀ ਇਹ ਕੰਟੀਨਿਊ ਰਹਿੰਦੀ ਹੈ। ਹੁਣ ਆਪਾਂ ਨੈਕਸਟ ਕੁਐਸਚਨ 'ਤੇ ਆਉਂਦੇ ਹਾਂ, ਯਾਨੀ ਡਿਫਾਈਨ ਪਬਲਿਕ ਐਂਟਰਪ੍ਰਾਈਜ਼, elucidate various forms of public enterprise along with advantages and disadvantages। ਹੁਣ ਪਬਲਿਕ ਐਂਟਰਪ੍ਰਾਈਜ਼ ਕੀ ਹੁੰਦੀ ਹੈ ਉਹ ਐਕਸਪਲੇਨ ਕਰਦੇ ਹਾਂ ਅਤੇ ਕਿਹੜੀ ਵੇਰੀਅਸ ਫਾਰਮਸ ਹੈ ਪਬਲਿਕ ਐਂਟਰਪ੍ਰਾਈਜ਼ ਦੀ ਉਸ ਦੇ ਬਾਰੇ ਗੱਲ ਕਰਦੇ ਹਾਂ ਅਤੇ ਪਬਲਿਕ ਐਂਟਰਪ੍ਰਾਈਜ਼ ਦੇ ਕੀ ਐਡਵਾਂਟੇਜਸ ਨੇ ਅਤੇ ਕੀ ਡਿਸਐਡਵਾਂਟੇਜਸ ਨੇ। ਸੋ ਅ ਪਬਲਿਕ ਐਂਟਰਪ੍ਰਾਈਜ਼ ਇਜ਼ ਅ ਬਿਜ਼ਨਸ ਯੂਨਿਟ। ਇੱਕ ਪਬਲਿਕ ਐਂਟਰਪ੍ਰਾਈਜ਼ ਕੀ ਹੈ, ਇੱਕ ਇੱਦਾਂ ਦਾ ਬਿਜ਼ਨਸ ਯੂਨਿਟ ਹੈ ਜੋ ਕਿ ਓਨ ਕੀਤਾ ਜਾਂਦਾ, ਓਪਰੇਟ ਕੀਤਾ ਜਾਂਦਾ ਗਵਰਨਮੈਂਟ ਦੇ ਦੁਆਰਾ, ਜਿਹੜੀ ਕਿ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਮੋਟ ਕਰਦੇ ਨੇ ਅਤੇ ਪਬਲਿਕ ਵੈਲਫੇਅਰ ਨੂੰ ਇਨਸ਼ੋਰ ਕਰਦੇ ਨੇ। ਸੋ ਅ ਪਬਲਿਕ ਐਂਟਰਪ੍ਰਾਈਜ਼ ਇਜ਼ ਅ ਬਿਜ਼ਨਸ ਯੂਨਿਟ ਓਨਡ ਐਂਡ ਆਪਰੇਟਿਡ ਬਾਈ ਗਵਰਨਮੈਂਟ ਟੂ ਪ੍ਰੋਵਾਈਡ ਸਰਵਿਸਿਜ਼, ਪ੍ਰਮੋਟ ਇਕਨੋਮਿਕ ਡਿਵੈਲਪਮੈਂਟ ਐਂਡ ਇਨਸ਼ੋਰ ਪਬਲਿਕ ਵੈਲਫੇਅਰ। ਨਾਓ ਫਾਰਮਸ ਆਫ ਪਬਲਿਕ ਐਂਟਰਪ੍ਰਾਈਜ਼, ਪਹਿਲਾ ਹੈ ਡਿਪਾਰਟਮੈਂਟਲ ਅੰਡਰਟੇਕਿੰਗਸ, ਦੂਸਰਾ ਹੈ ਪਬਲਿਕ ਕਾਰਪੋਰੇਸ਼ਨਸ ਜਿਹਨੂੰ ਆਪਾਂ ਸਟੈਟੂਟਰੀ ਕਾਰਪੋਰੇਸ਼ਨ ਵੀ ਬੋਲਦੇ ਹਾਂ, ਤੀਸਰਾ ਹੈ ਗਵਰਨਮੈਂਟ ਕੰਪਨੀਜ਼। ਗੱਲ ਕਰਦੇ ਪਹਿਲੀ ਡਿਪਾਰਟਮੈਂਟਲ ਅੰਡਰਟੇਕਿੰਗ ਦੀ। ਫੁੱਲੀ ਕੰਟਰੋਲਡ ਬਾਏ ਗਵਰਨਮੈਂਟ। ਇਹਨੂੰ ਕੌਣ ਕੰਟਰੋਲ ਕਰਦਾ? ਗਵਰਨਮੈਂਟ ਕੰਟਰੋਲ ਕਰਦੀ ਹੈ। ਐਗਜ਼ਾਮਪਲਸ ਐਜ਼ ਦਾ ਰੇਲਵੇਜ਼, ਪੋਸਟ ਆਫਿਸਸ। ਐਡਵਾਂਟੇਜਸ ਦੀ ਗੱਲ ਕਰੀਏ ਤਾਂ ਪਬਲਿਕ ਗਵਰਨਮੈਂਟ, ਕੰਪਲੀਟ ਗਵਰਨਮੈਂਟ ਕੰਟਰੋਲ ਰਹਿੰਦਾ ਵਾ ਡਿਪਾਰਟਮੈਂਟਲ ਅੰਡਰਟੇਕਿੰਗਸ ਦਾ, ਬਹੁਤ ਹੀ ਰਿਲਾਇਬਲ ਅਤੇ ਸਟੇਬਲ ਫਾਰਮ ਹੈ। ਡਿਸਐਡਵਾਂਟੇਜਸ ਦੀ ਗੱਲ ਕਰੀਏ ਤਾਂ ਰੈਡ ਟੇਪਿਜ਼ਮ ਰਹਿੰਦਾ ਵਾ, ਲੋ ਐਫੀਸ਼ੀਐਂਸੀ ਰਹਿੰਦੀ ਹੈ, ਅਕਾਊਂਟੇਬਿਲਿਟੀ ਰਹਿੰਦੀ ਹੈ ਮਿਨਿਸਟਰਸ ਨੂੰ। ਹੁਣ ਨੈਕਸਟ ਗੱਲ ਕਰੀਏ ਪਬਲਿਕ ਕਾਰਪੋਰੇਸ਼ਨਸ ਦੀ।
ਤਾਂ ਪਬਲਿਕ ਕਾਰਪੋਰੇਸ਼ਨਸ ਦੇ ਵਿੱਚ ਸਟੈਟਰੀ ਕਾਰਪੋਰੇਸ਼ਨ ਜੋ ਆਪਾਂ ਇਹਨੂੰ ਕਹਿ ਸਕਦੇ ਹਾਂ, ਇਹ ਕ੍ਰੀਏਟ ਕੀਤੀ ਜਾਂਦੀ ਹੈ ਕਿਸੇ ਐਕਟ ਦੇ ਅੰਦਰ, ਜਿੱਦਾਂ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ, FCI। ਐਡਵਾਂਟੇਜਸ ਹੈ ਆਟੋਨੋਮੀ ਰਹਿੰਦੀ ਹੈ, ਯਾਨੀ ਇਹ ਖੁਦ ਇੰਡੀਪੈਂਡੈਂਟ ਰਹਿੰਦੇ ਨੇ। ਪ੍ਰੋਫੈਸ਼ਨਲ ਮੈਨੇਜਮੈਂਟ ਰਹਿੰਦੀ ਹੈ ਇਹਦੇ ਵਿੱਚ। ਪਹਿਲਾਂ ਜਿਹੜੀ ਡਿਪਾਰਟਮੈਂਟਲ ਅੰਡਰਟੇਕਿੰਗਸ ਹੈ ਉਹਨੂੰ ਕੌਣ ਮੈਨੇਜ ਕਰਦਾ ਹੁੰਦਾ ਸੀਗਾ? ਉਹਨੂੰ ਸਿਵਲ ਸਰਵੈਂਟਸ ਮੈਨੇਜ ਕਰਦੇ ਸੀਗੇ। ਇਹਨੂੰ ਕੌਣ ਮੈਨੇਜ ਕਰਦੇ ਨੇ? ਇਹਨੂੰ ਸਪੈਸ਼ਲਾਈਜ਼ ਪ੍ਰੋਫੈਸ਼ਨਲ ਲੋਕ ਮੈਨੇਜ ਕਰਦੇ। ਡਿਸਐਡਵਾਂਟੇਜਸ ਕੀ? ਪੋਲੀਟੀਕਲ ਇੰਟਰਫੇਰੈਂਸ ਤਾਂ ਵੀ ਇਹਦੇ ਵਿੱਚ ਰਹਿੰਦੀ ਹੈ ਅਤੇ ਲੈਸ ਅਕਾਊਂਟੇਬਿਲਿਟੀ ਰਹਿੰਦੀ ਹੈ ਕਈ ਵਾਰੀ। ਨੈਕਸਟ ਹੈ ਗਵਰਨਮੈਂਟ ਕੰਪਨੀਜ਼, ਅਤੇ ਗਵਰਨਮੈਂਟ ਓਨ ਕਰਦੀ 51% ਸ਼ੇਅਰ ਜਾਂ ਫਿਰ ਉਸ ਤੋਂ ਜ਼ਿਆਦਾ ਸ਼ੇਅਰ। ਐਗਜ਼ਾਮਪਲ ਹੈ ONGC ਜਾਂ ਫਿਰ ਸੇਲ। ਐਡਵਾਂਟੇਜਸ ਹੈ ਫਲੈਕਸੀਬਿਲਿਟੀ ਲਾਈਕ ਪ੍ਰਾਈਵੇਟ ਕੰਪਨੀ, ਇਹਦੇ ਵਿੱਚ ਪ੍ਰਾਈਵੇਟ ਕੰਪਨੀਜ਼ ਵਰਗੀ ਫਲੈਕਸੀਬਿਲਿਟੀ ਰਹਿੰਦੀ ਹੈ, ਕੁਇਕ ਡਿਸੀਜ਼ਨਸ ਲਿੱਤੇ ਜਾਂਦੇ ਹੈ। ਇਸ ਦੇ ਡਿਸਐਡਵਾਂਟੇਜਸ ਹੈ ਹਾਈ ਇਨਫਲੂਐਂਸ ਆਫ ਬਿਊਰੋਕਰੇਟਸ, ਬਿਊਰੋਕਰੇਟਸ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੁੰਦਾ, ਸਮਟਾਈਮਸ ਲੈਸ ਟਰਾਂਸਪੇਰੈਂਟ, ਟਰਾਂਸਪੇਰੈਂਸੀ ਇਹਦੀ ਘੱਟ ਹੁੰਦੀ ਹੈ। ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਔਨ ਕਰਦੇ ਹਾਂ। ਐਂਡ ਇਨ ਦ ਫਿਊਚਰ ਵੀ ਵਿਲ ਕੰਸੀਡਰ ਦਿਸ ਕੁਐਸਚਨ ਇਨ ਅ ਵੈਰੀ ਬਰੀਫ, ਇਨ ਅ ਵੈਰੀ ਡਿਟੇਲਡ ਵੇ, ਬਿਕੋਜ਼ ਇੱਥੇ ਜ਼ਿਆਦਾ ਡਿਟੇਲਡ ਨਹੀਂ ਦਿੱਤਾ ਹੋਇਆ। ਨਾਓ ਵਟ ਇਜ਼ ਕੋਆਪਰੇਟਿਵ ਸੁਸਾਇਟੀ? ਡਿਸਕਸ ਫੀਚਰਸ, डिफरेंशिएट बिटवीन पब्लिक एंड प्राइवेट सैक्टर। कोऑपरेटिव सोसाइटी की चीज़ है उसकी गल करो, तो डिस्कस करो ये फीचर्स तो की डिफरेंस है पब्लिक सैक्टर के ते प्राइवेट सैक्टर के। सो अ कोऑपरेटिव सोसाइटी इज़ एन एसोसीएशन ऑफ परसनस। एक कोऑपरेटिव सोसाइटी की है? लोगों का एसोसीएशन है, यूनाइटेड वॉलंटरली टू मीट कॉमन इकनॉमिक नीड्स, ਜਿਹੜੇ कि यूनाइट होए ने अपनी मर्जी के नाल एक कॉमन इकनॉमिक नीड ਨੂੰ पूरा ਕਰਨ ਲਈ ਜੁਆਇੰਟਲੀ ਓਨਡ ਐਂਟਰਪ੍ਰਾਈਜ਼ ਨੂੰ, ਜਿਹੜੀ कि ਜੁਆਇੰਟਲੀ ਓਨ ਕੀਤੀ ਜਾਂਦੀ ਹੈ। ਇਹਦੇ ਫੀਚਰਸ ਹੈ ਵੋਲੰਟਰੀ ਮੈਂਬਰਸ਼ਿਪ, ਲੋਕ ਆਪਣੀ ਮਰਜ਼ੀ ਦੇ ਨਾਲ ਬਾਈ देयर ओन विल ਦੇ ਫਾਰਮ ਐਸੋਸੀਏਸ਼ਨ। ਡੈਮੋਕ੍ਰੈਟਿਕ ਕੰਟਰੋਲ, ਈਚ ਮੈਂਬਰ हैज़ one vote one member, कंडीशन अप्लाइड हेयर। सर्विस मोटिव रहता है, प्रॉफिट अर्निंग नहीं मोटिव होंगे, सर्विस प्रोवाइड करना होंगे। स्टेट प्रोटैक्शन होंगी है, सारे एसेट्स में प्रॉपरली प्रोटैक्ट किया जाता है। लिमिटेड एबिलिटी होंगी है सारे मैंबरस की। सैपरेट लीगल एंटिटी होंगी, मैंबरस अलग होंगे तो एसोसीएशन अलग होंगी है। इक्वैलिटी एंड म्यूचुअल हैल्प होंगी है। हम गल करते डिफरेंस बिटवीन पब्लिक सैक्टर एंड प्राइवेट सैक्टर, जिदा आप क्वेश्चन नंबर 3 के किया उसनों आप इतने कंसीडर करांगे। सो लैट्स कम टू क्वेश्चन नंबर 3। सो पब्लिक सैक्टर जोड़ा है वो कौन ओन करता है? गवर्नमेंट ओन करती है। तो जो प्राइवेट सैक्टर है वो प्राइवेट इंडिविजुअल्स ओन करते हैं। ऑब्जेक्टिव्स वैलफेयर रहता है, तो प्राइवेट सैक्टर का प्रॉफिट अर्निंग रहता है। कैपिटल पब्लिक सैक्टर गवर्नमेंट फंड्स तो लियाती है, तो प्राइवेट सैक्टर प्राइवेट कैपिटल लियाती है, प्राइवेट सोर्सिस तो लियाती है। मैनेजमेंट गवर्नमेंट ऑफिशियल्स सारे मैनेज करते हैं, तो पब्लिक प्रोफैशनल्स लोग मैनेज करते हैं। एफिशिएंसी घट रही है, फ्लैक्सीबिलिटी घट रही है पब्लिक के। एफिशिएंसी तो फ्लैक्सीबिलिटी दोनों हाई रही है। अकाउंटेबिलिटी पार्लीमेंट में रही है, तो इतने अकाउंटेबिलिटी शेयर होल्डर्स में रही है। राइट, हुण आप इनू शॉर्ट फॉर्म के एक बार कर लें। पब्लिक सैक्टर गवर्नमेंट ओनरशिप रहा, तो वैलफेयर मोटिव रहा, तो प्राइवेट सैक्टर प्राइवेट ओनरशिप रहा, तो प्रॉफिट मोटिव रहा। नेक्स्ट क्वेश्चन है व्हाट आर द डिफरेंट फॉर्म्स ऑफ पब्लिक व्हाट आर डिफरेंट फॉर्म्स ऑफ बिजनेस ऑर्गेनाइजेशंस। डिफरेंट बिजनेस ऑर्गेनाइजेशंस की फॉर्म दसनी है तो एक्सप्लेन इन डिटेल। सो गल करते हैं पहले फॉर्म की। सब तो पहले तो बिजनेस ऑर्गेनाइजेशन तुसीं दस देना बिजनेस ऑर्गेनाइजेशन की होंदा। बिजनेस ऑर्गेनाइजेशन एक स्ट्रक्चर फ्रेमवर्क होंदा है जिहदे विच जिहड़ी बिजनेस की एक्टिविटीज़ डिवाइड कीतियां जांदियां ने। पहली फॉर्म है सोल प्रोप्राइटरशिप यानी सिंगल ओनर जिहदे विच रहिंदा है। दूसरा है पार्टनरशिप जिसदे विच 2 to लैके 50% तक रहिंदे ने। तीसरा जॉइंट इन द फैमिली बिजनेस जिसदे विच अनलिमिटेड मैंबर्स रहिंदे ने। तीसरा चौथा है कोऑपरेटिव सोसाइटी जिहदे विच वॉलंटरी एसोसीएशन रहिंदी है। जॉइंट स्टॉक कंपनी दे विच बहुत सारे शेयर होल्डर्स रहिंदे ने। 2 तरीके दी हुंदी है, एक प्राइवेट दे विच हुंदे ने 2 to 200 ते उहदे विच रहिंदे ने 7 to अनलिमिटेड। पब्लिक एंटरप्राइज गवर्नमेंट ओन रहिंदी है। हुण इत्थे जी लाइबिलिटी है वो अनलिमिटेड रहिंदी है सोल प्रोप्राइटरशिप दे विच। जिहड़ी पार्टनरशिप है उस दे विच जिहड़ी लाइबिलिटी है वो भी अनलिमिटेड रहिंदी है, मीनस तुहाडे परसनल एसेट्स यूज़ किया जा सकता है। इस दे विच जिहड़ी लाइबिलिटी है वो करता दी अनलिमिटेड रहिंदी है, बाकी पार्टनर्स की लिमिटेड होंदी है। कोऑपरेटिव सोसाइटी सारिਆਂ ਦੀ लाइबिलिटी लिमिटेड होंदी है। जॉइंट स्टॉक कंपनी भी सारिਆਂ ਦੀ लाइबिलिटी लिमिटेड ही होंदी है। पब्लिक दे विच लाइबिलिटी की आपां गल ही नहीं कर रहे। सोल प्रोप्राइटरशिप के जो डिसीजनस है वो क्विकली लिते जाते हैं। छोटे बिजनेसिस के सुटेबल है सोल प्रोप्राइटरशिप। पार्टनरशिप की गल करिए तो इस दे विच एग्रीमेंट हुंदा वै। जिहड़े पार्टनर्स ने वो कैपिटल ते स्किल्स नूं शेयर करते हैं।
ਜੁਆਇੰਟ ਹਿੰਦੂ ਫੈਮਿਲੀ ਬਿਜ਼ਨਸ ਦੀ ਗੱਲ ਕਰੀਏ ਤਾਂ ਹਿੰਦੂ ਲਾਅ ਦੇ ਉੱਤੇ ਬੇਸਡ ਹੈ। ਕੌਣ ਮੈਨੇਜ ਕਰਦਾ, ਇਸਨੂੰ ਕਰਤਾ ਮੈਨੇਜ ਕਰਦਾ। ਮੈਂਬਰਸ਼ਿਪ ਕਿੱਦਾਂ ਹੁੰਦੀ ਹੈ, ਬਰਥ ਤੋਂ ਹੀ ਹੋ ਜਾਂਦੀ। ਪਰਪੈਕਟੁਅਲ ਸਕਸੈਸ਼ਨ ਹੁੰਦਾ, ਇੱਕ ਜਨਰੇਸ਼ਨ ਤੋਂ ਬਾਅਦ ਦੂਸਰੀ ਜਨਰੇਸ਼ਨ ਇਸ ਨੂੰ ਕੰਟੀਨਿਊ ਕਰਦੀ ਹੈ। ਕੋਆਪਰੇਟਿਵ ਸੋਸਾਇਟੀ ਵਿੱਚ ਡੈਮੋਕ੍ਰੈਟਿਕ ਸੋਸਾਇਟੀ ਰਹਿੰਦੀ ਹੈ। ਸਰਵਿਸ ਓਰੀਐਂਟਡ ਰਹਿੰਦੀ ਹੈ, ਮੀਨਸ ਸਰਵਿਸ ਪ੍ਰੋਵਾਈਡ ਕਰਨਾ ਐਜ਼ ਅ ਮੋਟਿਵ ਹੁੰਦਾ। ਅਤੇ ਜੁਆਇੰਟ ਸਟਾਕ ਕੰਪਨੀ ਦੀ ਗੱਲ ਕਰੀਏ, ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ। ਮੈਂਬਰਸ ਅਲੱਗ ਯਾਨੀ ਸ਼ੇਅਰ ਹੋਲਡਰਸ ਅਲੱਗ ਹੁੰਦੇ ਆ, ਓਨਰਸ ਅਲੱਗ ਹੁੰਦੇ ਆ ਅਤੇ ਕੰਪਨੀ ਅਲੱਗ ਹੁੰਦੀ ਹੈ। ਲਾਰਜ ਕੈਪੀਟਲ ਇਹਦੇ ਵਿੱਚ ਅਰੇਂਜ ਕੀਤਾ ਜਾ ਸਕਦਾ ਹੈ। ਰੈਗੂਲੇਟ ਕੀਤੀ ਜਾਂਦੀ ਲਾਅ ਦੇ ਦੁਆਰਾ। ਪਬਲਿਕ ਐਂਟਰਪ੍ਰਾਈਜ਼ ਦੀ ਗੱਲ ਕਰੀਏ ਤਾਂ ਗਵਰਨਮੈਂਟ ਓਨ ਕਰਦੀ ਹੈ ਅਤੇ ਪਬਲਿਕ ਵੈਲਫੇਅਰ ਲਈ ਹੁੰਦੀ ਹੈ ਅਤੇ ਲਾਰਜ ਸਕੇਲ ਆਪਰੇਸ਼ਨਸ ਲਈ ਸੁਟੇਬਲ ਹੁੰਦੀ ਹੈ। ਹੁਣ ਨੈਕਸਟ ਕੁਐਸਚਨ ਆਉਂਦਾ ਵਾ ਸਾਡਾ, ਵਟ ਡੂ ਯੂ ਮੀਨ ਬਾਈ ਜੁਆਇੰਟ ਸਟਾਕ ਕੰਪਨੀ, ਐਕਸਪਲੇਨ ਇਟਸ ਕਰੈਕਟਰਿਸਟਿਕਸ। ਜੁਆਇੰਟ ਸਟਾਕ ਕੰਪਨੀ ਕੀ ਹੈ ਅਤੇ ਇਹਦੇ ਕਰੈਕਟਰਿਸਟਿਕਸ ਕੀ ਨੇ, ਇਹਨੂੰ ਡਿਸਕਸ ਕਰਦੇ ਹਾਂ। ਸੋ ਅ ਜੁਆਇੰਟ ਸਟਾਕ ਕੰਪਨੀ ਇਜ਼ ਐਨ ਆਰਟੀਫਿਸ਼ੀਅਲ ਲੀਗਲ ਪਰਸਨ। ਜੁਆਇੰਟ ਸਟਾਕ ਕੰਪਨੀ ਕੀ ਹੈ, ਇੱਕ ਆਰਟੀਫਿਸ਼ੀਅਲ ਲੀਗਲ ਪਰਸਨ ਹੈ ਜੋ ਕਿ ਕ੍ਰੀਏਟ ਕੀਤਾ ਜਾਂਦਾ ਲਾਅ ਦੇ ਦੁਆਰਾ, ਜਿਸ ਦੀ ਦੇਖੋ ਕਰੈਕਟਰਿਸਟਿਕਸ ਹੀ ਇਹਦੇ ਮੀਨਿੰਗ ਬਣ ਜਾਂਦੇ ਆ। ਹੈਵਿੰਗ ਸੈਪਰੇਟ ਆਈਡੈਂਟਿਟੀ ਫਰੋਮ ਇਟਸ ਮੈਂਬਰ, ਪਰਪੈਕਚੁਅਲ ਸਕਸੈਸ਼ਨ, ਕਾਮਨ ਸੀਲ ਯਾਨੀ ਸਿਗਨੇਚਰ ਇਹਦਾ ਆਪਣਾ ਵੱਖਰਾ ਹੁੰਦਾ, ਐਂਡ ਲਿਮਿਟਿਡ ਲਾਇਬਿਲਿਟੀ। ਓਨਰਸ਼ਿਪ ਇਜ਼ ਡਿਵਾਈਡਡ ਇਨਟੂ ਸ਼ੇਅਰ। ਜਿਹੜੀ ਓਨਰਸ਼ਿਪ ਨੂੰ ਛੋਟੇ ਛੋਟੇ ਸ਼ੇਅਰਸ ਵਿੱਚ ਡਿਵਾਈਡ ਕਰ ਦਿੱਤਾ ਜਾਂਦਾ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਕਰੈਕਟਰਿਸਟਿਕਸ ਦੀ। ਸਭ ਤੋਂ ਪਹਿਲੀ ਗੱਲ ਹੈ ਸੈਪਰੇਟ ਲੀਗਲ ਐਂਟਿਟੀ। ਇਹਦੀ ਆਪਣੀ ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ। ਕੰਪਨੀ ਐਗਜ਼ਿਸਟ ਇੰਡੀਪੈਂਡੈਂਟ ਆਫ ਸ਼ੇਅਰ ਹੋਲਡਰ, ਸ਼ੇਅਰ ਹੋਲਡਰਸ ਤੋਂ ਅਲੱਗ ਹੋ ਕੇ ਰਹਿੰਦੀ ਹੈ। ਇਟ ਕੈਨ ਓਨ ਪ੍ਰੋਪਰਟੀ ਐਂਡ ਸਿਊ ਐਂਡ ਬੀ ਸੂਡ। ਆਪਣੇ ਨੇਮ ਦੇ ਉੱਤੇ ਉਹ ਪ੍ਰੋਪਰਟੀ ਓਨ ਕਰ ਸਕਦੀ ਹੈ, ਐਸੈਟਸ ਨੂੰ ਬਾਏ ਕਰ ਸਕਦੀ ਹੈ, ਕਿਸੇ 'ਤੇ ਕੇਸ ਕਰ ਸਕਦੀ ਹੈ ਅਤੇ ਉੱਤੇ ਵੀ ਕੇਸ ਕੀਤੇ ਜਾ ਸਕਦੇ ਨੇ। ਲਿਮਿਟਿਡ ਲਾਇਬਿਲਿਟੀ ਰਹਿੰਦੀ ਇਹਦੇ ਵਿੱਚ। ਸ਼ੇਅਰ ਹੋਲਡਰ ਜਿਹੜੇ ਨੇ ਉਹ ਰਿਸਕ ਨੂੰ ਸ਼ੇਅਰ ਕਰਦੇ ਨੇ ਓਨਲੀ ਇਨ ਦਾ ਅਮਾਊਂਟ ਇਨਵੈਸਟਡ। ਉਹ ਓਨੀ ਹੀ ਉਹਨਾਂ ਦੀ ਅਮਾਊਂਟ ਰਿਸਕ ਦੇ ਵਿੱਚ ਜਿਹਨਾਂ ਨੇ ਇਨਵੈਸਟ ਕੀਤੀ ਹੁੰਦੀ, ਉਸ ਤੋਂ ਜ਼ਿਆਦਾ ਉਹਨਾਂ ਦੇ ਪਰਸਨਲ ਐਸੈਟਸ ਨੂੰ ਨਹੀਂ ਯੂਜ਼ ਕੀਤਾ ਜਾ ਸਕਦਾ। ਨੈਕਸਟ ਹੈ ਪਰਪੈਕਚੁਅਲ ਸਕਸੈਸ਼ਨ। ਜਿਹੜੀ ਕੰਪਨੀ ਹੈ ਕੰਟੀਨਿਊ ਕਰਦੀ ਹੈ ਈਵਨ ਇਫ ਦ ਮੈਂਬਰਸ ਚੇਂਜ ਔਰ ਡਾਈ। ਜੇ ਉਹਦੇ ਮੈਂਬਰਸ ਬਦਲ ਵੀ ਜਾਂਦੇ ਜਾਂ ਮਰ ਵੀ ਜਾਂਦੇ ਤਾਂ ਵੀ ਉਹ ਕੰਟੀਨਿਊ ਕਰਦੀ ਹੈ। ਨੈਕਸਟ ਹੈ ਟਰਾਂਸਫਰੇਬਿਲਿਟੀ ਆਫ ਸ਼ੇਅਰਸ। ਜਿਹੜੇ ਸ਼ੇਅਰਸ ਨੇ ਉਹ ਫਰੀਲੀ ਟਰਾਂਸਫਰ ਕੀਤੇ ਜਾਂਦੇ ਨੇ, ਸਪੈਸ਼ਲੀ ਗੱਲ ਕਰੀਏ ਪਬਲਿਕ ਕੰਪਨੀਜ਼ ਦੀ। ਨੈਕਸਟ ਹੈ ਆਰਟੀਫਿਸ਼ੀਅਲ ਪਰਸਨ। ਇਹ ਕ੍ਰੀਏਟ ਕੀਤੀ ਜਾਂਦੀ ਲਾਅ ਦੇ ਦੁਆਰਾ, ਐਕਟ ਕੀਤੀ ਜਾਂਦੀ ਹੈ। ਐਕਟਸ ਥਰੂ ਡਾਇਰੈਕਟਰਸ ਇਸ ਨੂੰ ਐਕਟ ਕਰਦੇ ਨੇ, ਮੈਨੇਜ ਕਰਦੇ ਨੇ। ਸੈਪਰੇਟ ਓਨਰਸ਼ਿਪ ਐਂਡ ਮੈਨੇਜਮੈਂਟ। ਜਿਹੜੀ ਓਨਰਸ਼ਿਪ ਹੈ ਉਹ ਸ਼ੇਅਰ ਹੋਲਡਰਸ ਹੁੰਦੀ, ਜਿਹੜੀ ਮੈਨੇਜਮੈਂਟ ਉਹ ਡਾਇਰੈਕਟਰਸ ਦੀ ਹੁੰਦੀ ਹੈ। ਓਨਰਸ਼ਿਪ ਅਤੇ ਮੈਨੇਜਮੈਂਟ ਦੋਨੋਂ ਸੈਪਰੇਟ ਨੇ। ਕਾਮਨ ਸੀਲ ਹੈ ਆਪਸ਼ਨਲ ਰਹਿੰਦੀ ਹੈ। ਐਕਟਸ ਐਜ਼ ਅ ਆਫਿਸ਼ੀਅਲ ਸਿਗਨੇਚਰ ਵੈਨ ਯੂਜ਼। ਜਦੋਂ ਕੋਈ ਵੀ ਆਪਣਾ ਕੰਮ ਕਰਦੀ ਹੈ ਤਾਂ ਆਪਣਾ ਆਫਿਸ਼ੀਅਲ ਸਿਗਨੇਚਰ ਯੂਜ਼ ਕਰ ਸਕਦੀ ਹੈ। ਅਬਿਲਿਟੀ ਟੂ ਰੇਜ਼ ਹਿਊਜ ਕੈਪੀਟਲ। ਜਿਹੜੀ ਕੰਪਨੀਜ਼ ਹੈ ਉਹ ਇਸ਼ੂ ਕਰ ਸਕਦੇ ਨੇ ਸ਼ੇਅਰਸ ਨੂੰ, ਡਿਵੈਂਚਰਸ ਨੂੰ, ਬੌਂਡਸ ਨੂੰ, ਜਿਸ ਵਜ੍ਹਾ ਨਾਲ ਉਹ ਕਾਫੀ ਜ਼ਿਆਦਾ ਹਿਊਜ ਕੈਪੀਟਲ ਨੂੰ ਅਰੇਂਜ ਕਰ ਸਕਦੇ ਨੇ। ਸਟੈਟੂਟਰੀ ਰੈਗੂਲੇਸ਼ਨ। ਗਵਰਨਮੈਂਟ ਸਟ੍ਰਿਕਟਲੀ ਬਾਈ ਕੰਪਨੀਜ਼ ਐਕਟ ਐਂਡ ਸੈਬੀ। ਕੰਪਨੀਜ਼ ਐਕਟ ਬਹੁਤ ਸਟ੍ਰਿਕਟਲੀ ਅਤੇ ਸੈਬੀ ਨੂੰ ਬਹੁਤ ਸਟ੍ਰਿਕਟਲੀ ਗਵਰਨ ਕਰਦਾ ਵੈ, ਸਪੈਸ਼ਲੀ ਫॉर ਲਿਸਟਡ ਕੰਪਨੀਜ਼। ਇੱਦਾਂ ਦੀ ਕੰਪਨੀ ਜਿਹੜੀ ਲਿਸਟ ਕੀਤੀਆਂ ਗਈਆਂ ਨੇ।